Good morning, students. Welcome back to my YouTube channel. Just do it for a bright future. I am Surendra Kumar. Today we are discussing about to the topic of class 9th of subject of SST history part. This was a chapter. The name of the chapter is Shri Guru Arjan Dev Ji, the contribution into the development of the Sikhism and his martyrdom. ਅਸੀਂ ਅੱਜ ਪੜ੍ਹਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ, ਜਿਹੜੇ ਕਿ ਸਿੱਖਾਂ ਦੇ ਪੰਜਵੇਂ ਗੁਰੂ ਕਹਾਏ। ਉਹਨਾਂ ਦੀ ਡਿਵੈਲਪਮੈਂਟ ਬਾਰੇ, ਉਹਨਾਂ ਨੇ ਸਿੱਖਨਿਜ਼ਮ ਦੇ ਵਿੱਚ ਕੀ ਡਿਵੈਲਪਮੈਂਟਾਂ ਕੀਤੀਆਂ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਅਸੀਂ ਪੜ੍ਹਾਂਗੇ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਵਧੀਆ ਲੱਗੇਗਾ। ਅਤੇ ਇਸ ਸੈਸ਼ਨ ਦੇ ਵਿੱਚ ਅਸੀਂ ਇੰਗਲਿਸ਼ ਐਜ਼ ਵੈਲ ਐਜ਼ ਇੰਗਲਿਸ਼ ਪੰਜਾਬੀ ਦੇ ਵਿੱਚ ਅਸੀਂ ਗੱਲ ਕਰਾਂਗੇ, ਤਾਂ ਜੋ ਕੀ ਆ ਤੁਹਾਨੂੰ ਇਹ ਸਾਰੀ ਲੈਸਨ ਦੀ ਟਰਾਂਸਲੇਸ਼ਨ ਤੁਹਾਨੂੰ ਸਮਝ ਆਵੇ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਮੇਰੇ ਚੈਨਲ ਨੂੰ ਜ਼ਰੂਰ ਸ਼ੇਅਰ ਕਰੋ ਦੂਸਰਿਆਂ ਦੇ ਨਾਲ, ਅਤੇ ਸਬਸਕ੍ਰਾਈਬ ਕਰੋ ਜਸਟ ਟੂ ਇਟ ਫॉर अ ब्राइट फ्यूचर। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੀ ਗੁਰੂ ਅਰਜਨ ਦੇਵ ਜੀ ਦੀ ਕੰਟਰੀਬਿਊਸ਼ਨ ਇਨਟੂ ਦੀ ਡਿਵੈਲਪਮੈਂਟ ਆਫ ਸਿੱਖਨਿਜ਼ਮ ਐਂਡ ਮੈਟਰਡਮ। ਮੈਂ ਇਸ ਸੈਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸੂੰਗਾ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਉਹ ਸਿੱਖਾਂ ਦੇ ਪੰਜਵੇਂ ਗੁਰੂ ਕਹਾਏ, ਅਤੇ ਉਹਨਾਂ ਨੇ ਜਿਹੜੇ ਸੀਗੇ 1581 AD ਦੇ ਵਿੱਚ, ਬਿਫੋਰ ਕ੍ਰਿਸਚਨ ਡੈਥ, ਯਾਨੀ ਕਿ AD ਦਾ ਫੁੱਲ ਫਾਰਮ, ਉਦੋਂ ਇਹ ਪੰਜਵੇਂ ਗੁਰੂ ਬਣੇ ਸਿੱਖਾਂ ਦੇ। ਅਤੇ ਉਹਨਾਂ ਨੇ ਸਿੱਖ ਰਿਲੀਜ਼ਨ ਦੇ ਵਿੱਚ ਜਿਹੜਾ 25 ਸਾਲ ਜਿਹੜੇ ਨੇ ਉਹਨਾਂ ਦੇ ਨਾਲ ਬਿਤਾਏ, ਅਤੇ ਉਹਨਾਂ ਨੇ ਸਿੱਖਨਿਜ਼ਮ ਨੂੰ ਇੱਕ ਸਹੀ ਡਾਇਰੈਕਸ਼ਨ ਦਿੱਤੀ ਅਤੇ ਹੋਰ ਵੀ ਕਈ ਚੀਜ਼ਾਂ ਦੱਸੀਆਂ। ਉਹਨਾਂ ਨੇ ਆਪਣੇ ਕਈ ਨਿਊ ਵਿਚਾਰ ਜਿਹੜੇ ਸੀ, ਨਿਊ ਥਾਟਸ ਸੀਗੇ ਅਤੇ ਆਪਣੀਆਂ ਡਾਇਰੈਕਸ਼ਨ ਸੀਗੀਆਂ ਉਹ ਲੋਕਾਂ ਤੱਕ ਪਹੁੰਚਾਈਆਂ, ਤਾਂ ਜੋ ਕੀ ਆ ਉਹ ਕੀ ਆ ਸਿੱਖ ਧਰਮ ਨੂੰ ਇੱਕ ਸਿੱਧੀ ਅਤੇ ਸਹੀ ਸੇਧ ਮਿਲ ਸਕੇ। ਉਹਨਾਂ ਨੇ ਕੰਸਟਰਕਸ਼ਨ ਕਰਾਈ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ। ਸਾਰਿਆਂ ਨੂੰ ਪਤਾ ਵਾ ਵੀ ਹਰਿਮੰਦਰ ਸਾਹਿਬ ਕਿੱਥੇ ਆਈ, ਹੁਣ ਹੈ ਉਹ ਅੰਮ੍ਰਿਤਸਰ ਦੇ ਵਿੱਚ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਹੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇਹ ਇੱਕ ਗ੍ਰੇਟ ਜਿਹੜਾ ਸਿੱਖਾਂ ਦਾ ਇੱਕ ਤੀਰਥ ਸਥਾਨ ਸੀਗਾ ਉਹ ਬਣਵਾਇਆ। ਅਤੇ ਇੱਥੇ ਉਹਨਾਂ ਨੇ ਇੱਕ ਗ੍ਰੰਥ ਦੀ ਸਥਾਪਨਾ ਕੀਤੀ ਜਿਹਨੂੰ ਅਸੀਂ ਆਦਿ ਗ੍ਰੰਥ ਦੇ ਨਾਮ ਨਾਲ ਜਾਣਿਆ ਗਿਆ ਉਸ ਸਮੇਂ, ਜਿਹਨੂੰ ਹੁਣ ਅਸੀਂ 11ਵੀਂ ਪਾਤਸ਼ਾਹੀ ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਾਂ। ਤਾਂ ਉਹਨਾਂ ਨੂੰ ਸ਼ੁਰੂ ਕਰਾਇਆ ਅਤੇ ਉਹਨਾਂ ਨੇ ਸਿੱਖ ਧਰਮ ਦੀ ਆਇਡੈਂਟੀਟੀ ਲਈ ਇੱਕ ਇੰਡੀਪੈਂਡੈਂਟ ਆਇਡੈਂਟੀਟੀ ਦਿੱਤੀ, ਜਿਹੜੀ ਕਿ ਇਹ ਇੱਕ ਰਿਲੀਜੀਅਸ ਬੁੱਕ ਉਹਨਾਂ ਨੇ ਰਾਈਟ ਕੀਤੀ। ਉਹਨਾਂ ਦੀ ਜਿਹੜੀ ਉਹਨਾਂ ਦੀ ਸ਼ਹਾਦਤ ਜਾਂ ਤੁਸੀਂ ਕਹਿ ਦਿਓ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੇ ਸਿੱਖਾਂ ਦੇ ਲਈ ਸੈਕਰੀਫਾਈਸ ਅਤੇ ਜਿਹੜਾ ਧਰਮ ਆ ਉਹਦੇ ਰਿਲੇਟਡ ਜਿਹੜੀਆਂ ਕੰਟਰੀਬਿਊਸ਼ਨਾਂ ਸੀਗੀਆਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸਿਖਾਈਆਂ। ਪਹਿਲਾਂ ਦੇਖਦੇ ਹਾਂ ਉਹਨਾਂ ਦੀ ਅਰਲੀ ਲਾਈਫ, ਜਿਹੜੀ ਉਹਨਾਂ ਦੀ ਪਹਿਲਾਂ ਦੀ ਲਾਈਫ ਸੀ ਉਹ ਕੀ ਸੀ। ਗੁਰੂ ਅਰਜਨ ਦੇਵ ਜੀ ਜਿਹੜੇ ਸੀ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ 15 ਅਪ੍ਰੈਲ 1563 AD ਦੇ ਵਿੱਚ ਹੋਇਆ ਸੀ, ਯਾਨੀ ਕਿ 1563 ਦੇ ਵਿੱਚ ਹੋਇਆ। ਕਿੱਥੇ ਹੋਇਆ ਸੀ? ਗੋਬਿੰਦਵਾਲ ਦੇ ਵਿਖੇ। ਅਤੇ ਜਿਹੜੇ ਇਹ 3rd ਯੰਗੈਸਟ ਸਨ ਸੀਗੇ ਸ਼੍ਰੀ ਗੁਰੂ ਰਾਮਦਾਸ ਜੀ ਦੇ, ਜਿਹੜੇ ਕਿ ਚੌਥੇ ਗੁਰੂ ਸਾਹਿਬਾਨ ਸੀਗੇ ਸਿੱਖਾਂ ਦੇ, ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਬੀਬੀ ਭਾਨੀ ਜੀ। ਅਤੇ ਜਿਵੇਂ ਉਹ ਛੋਟੇ ਹੁੰਦੇ ਤੋਂ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਉਹ ਕਾਫੀ ਇੰਟੈਲੀਜੈਂਟ ਸੀਗੇ, ਅਤੇ ਉਹਨਾਂ ਦੀ ਧਰਮ ਦੇ ਪ੍ਰਤੀ ਕਾਫੀ ਜ਼ਿਆਦਾ ਰਿਲੀਜੀਅਸ ਮਾਈਂਡ ਸੀਗਾ, ਅਤੇ ਉਹ ਹਮੇਸ਼ਾ ਕੀ ਸੀਗਾ ਧਰਮ ਦੇ ਰਿਲੇਟਡ ਸਾਰੀਆਂ ਗੱਲਾਂ ਕਰਦੇ ਰਹਿੰਦੇ ਸੀਗੇ। ਗੁਰੂ ਅਰਜਨ ਦੇਵ ਜੀ ਨੇ ਜਿਹੜੀ ਗੁਰਮੁਖੀ ਜਿਹੜੀ ਅੱਜ ਪੰਜਾਬ ਦੇ ਵਿੱਚ ਚੱਲ ਰਹੀ ਆ, ਗੁਰਮੁਖੀ ਲਿਪੀ ਨੂੰ ਲਿਖਣਾ ਸਟਾਰਟ ਕੀਤਾ, ਅਤੇ ਉਹਨਾਂ ਨੇ ਬਾਬਾ ਬੁੱਢਾ ਜੀ ਤੋਂ ਇਹ ਚੀਜ਼ ਸਿੱਖੀ। ਅਤੇ ਉਦੋਂ ਬਾਅਦ ਫਿਰ ਉਹਨਾਂ ਨੇ ਫਾਰਸੀ ਵੀ ਸਿੱਖੀ, ਅਤੇ ਉਹਨਾਂ ਨੇ ਇਸ ਦੇ ਨਾਲ ਫਾਰਸੀ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਸਿੱਖੀਆਂ। ਉਹਨਾਂ ਨੇ ਨੌਲੇਜ ਲਈ, ਗੁਰਬਾਣੀ ਦੀ ਨੌਲੇਜ ਲਈ। ਫਿਰ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਜਿਹੜੀਆਂ ਬਾਣੀਆਂ ਸੀਗੀਆਂ ਉਹਨਾਂ ਤੋਂ ਨੌਲੇਜ ਲੈ ਕੇ ਉਹਨਾਂ ਨੂੰ ਇਕੱਠਾ ਕੀਤਾ। ਫਿਰ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਿਆਹ ਹੋਇਆ ਉਹ ਹੋਇਆ ਗੰਗਾ ਜੀ ਦੀ ਡਾਟਰ ਦੇ ਨਾਲ, ਜਿਨ੍ਹਾਂ ਦਾ ਨਾਮ ਸੀ ਕ੍ਰਿਸ਼ਨਾ ਚੰਦ, ਜਿਹੜੇ ਸੀਗੇ ਉਹਨਾਂ ਦੇ ਨਾਲ, ਉਹਨਾਂ ਦੇ ਡਾਟਰ ਦੇ ਨਾਲ ਹੋਇਆ ਗੰਗਾ। ਅਤੇ ਉਹ ਜਿਹੜੇ ਵਿਲੇਜ ਸੀਗਾ ਅੱਜ ਕਿੱਥੇ ਆ, ਉਹ ਫਲੌਰ ਦੇ ਵਿੱਚ ਆ। ਅਤੇ ਉਹਨਾਂ ਦਾ ਜਿਹੜਾ 1569 ਈਸਵੀ ਦੇ ਵਿੱਚ, ਯਾਨੀ ਕਿ 1579 AD ਦੇ ਵਿੱਚ ਉਹਨਾਂ ਦਾ ਜਿਹੜਾ ਮੈਰਿਜ ਹੋਈ ਸੀਗੀ ਉਹ ਹੋਈ। ਫਿਰ 1595 ਯਾਨੀ ਕਿ 1595 ਦੇ ਵਿੱਚ ਉਹਨਾਂ ਨੂੰ ਬਲੈਸਡ ਹੋਈ ਇੱਕ ਸੰਨ ਦੀ, ਜਿਹੜੇ ਕਿ ਇੱਕ ਫੇਮਸ ਗੁਰੂ ਸਾਹਿਬਾਨ ਬਣੇ ਸਾਡੇ, ਕਿਹੜੇ 6ਵੇਂ ਪਾਤਸ਼ਾਹੀ ਜਿਹੜੇ ਬਣੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਉਹਨਾਂ ਦੇ ਪੁੱਤਰ ਸੀਗੇ। ਉਹਨਾਂ ਨਾਲ ਗੁਰੂ ਰਾਮਦਾਸ ਜੀ ਦੇ ਨਾਲ ਉਹਨਾਂ ਦੇ 3 ਸੰਨ ਸੀਗੇ, ਜਾਣੀ ਕਿ ਉਹਨਾਂ ਦੇ 3 ਪੁੱਤਰ ਸੀਗੇ, ਪ੍ਰਿਥਵੀ ਚੰਦ, ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ। ਅਤੇ ਪ੍ਰਿਥਵੀ ਚੰਦ ਜਿਹੜੇ ਸੀਗੇ ਉਹ ਸਭ ਤੋਂ ਵੱਡੇ ਸੀਗੇ, ਅਤੇ ਉਹ ਕਾਫੀ ਜ਼ਿਆਦਾ ਲਾਲਚੀ ਸੀਗੇ, ਅਤੇ ਹਮੇਸ਼ਾ ਆਪਣੇ ਬਾਰੇ ਹੀ ਸੋਚਦੇ ਸੀਗੇ। ਅਤੇ ਸਿੱਖ ਟਰਡੀਸ਼ਨਸ ਨੂੰ ਉਹਨਾਂ ਨੇ ਕਿਹਾ ਐਜ਼ ਏ ਮੀਨਾ, ਯਾਨੀ ਕਿ ਮੀਨ ਪਰਸਨ, ਮੀਨਾ ਉਹਨਾਂ ਨੂੰ ਨਾਮ ਦਿੱਤਾ ਗਿਆ। ਉਹ ਕੀ ਨੇ, ਕਾਫੀ ਜ਼ਿਆਦਾ ਆਪਣੇ ਬਾਰੇ ਸੋਚਣ ਵਾਲੇ ਪਰਸਨ ਸੀ। ਮਹਾਦੇਵ ਜਿਹੜੇ ਸੀਗੇ ਹੀ ਵਾਜ਼ ਨਾਟ
ਟੂ ਦੀ ਇੰਟਰਸਟਡ ਇਨ ਟੂ ਦੀ ਵਰਲਡਸ ਅਫੇਅਰ, ਉਹ ਹਮੇਸ਼ਾ ਕਦੀ ਵੀ ਉਹਨਾਂ ਨੇ ਇਹ ਨਹੀਂ ਚਾਹਿਆ ਵੀ ਉਹ ਸੰਸਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਵਿੱਚ ਜੁੜਨ। ਤਾਂ ਕਰਕੇ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਸੀਗੇ ਉਹ ਕਾਫੀ ਹੰਬਲ ਅਤੇ ਓਬੀਡੈਂਟਲ ਸੀਗੇ, ਵੀ ਕਾਫੀ ਜ਼ਿਆਦਾ ਨਰਮ ਦਿਲ ਦੇ, ਅਤੇ ਦੂਜਾ ਕੀ ਸੀ ਆਗਿਆਕਾਰੀ ਪੁੱਤਰ ਸੀਗੇ। ਤਾਂ ਕਰਕੇ ਗੁਰਗੱਦੀ ਜਿਹੜੀ ਸੀ ਉਹਨਾਂ ਨੂੰ ਮਿਲੀ। ਡਿਵੈਲਪਮੈਂਟ ਆਫ ਸਿੱਖਨਿਜ਼ਮ, ਜੀ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸਿੱਖਨਿਜ਼ਮ ਦੀ ਡਿਵੈਲਪਮੈਂਟ ਦੇ ਲਈ ਕਈ ਕੰਮ ਕੀਤੇ। ਉਹਨਾਂ ਨੇ 1581 ਤੋਂ ਲੈ ਕੇ 1606 ਈਡੀ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ, ਉਹਦੇ ਬਾਰੇ ਦੱਸਿਆ ਗਿਆ। ਦੇਖੋ ਉਹਨਾਂ ਨੇ 25 ਸਾਲ ਦੇ ਵਿੱਚ ਉਹਨਾਂ ਨੇ ਸਿੱਖਨਿਜ਼ਮ ਦੇ ਲਈ ਬਹੁਤ ਸਾਰੇ ਕੰਮ ਕੀਤੇ, ਜਿਵੇਂ ਫਸਟ ਸੀਗਾ ਫਾਊਂਡੇਸ਼ਨ ਆਫ ਟੂ ਦੀ ਸ਼੍ਰੀ ਹਰਿਮੰਦਰ ਸਾਹਿਬ ਇਨ ਅੰਮ੍ਰਿਤਸਰ। ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਰਾਮਦਾਸ ਜੀ ਨੇ ਜਿਹੜਾ ਸੀਗਾ ਇਹ ਕੰਮ ਸਟਾਰਟ ਕਰਵਾਇਆ ਅੰਮ੍ਰਿਤਸਰ ਦਾ ਅਤੇ ਸੰਤੋਖਸਰ ਦਾ। ਅਤੇ ਇਹ ਵਰਕ ਜਿਹੜਾ ਕੰਪਲੀਟ ਕਿਹਨਾਂ ਨੇ ਕਰਵਾਇਆ? ਗੁਰੂ ਅਰਜਨ ਦੇਵ ਜੀ, ਪੰਜਵੀਂ ਪਾਤਸ਼ਾਹੀਆਂ ਜੀ ਨੇ ਕਰਵਾਇਆ। ਅਤੇ ਉਹਨਾਂ ਨੇ ਇਹ ਕੰਮ ਸਟਾਰਟ ਕਰਵਾਇਆ ਅਤੇ ਕੰਸਟਰਕਸ਼ਨ ਦੇ ਵਿੱਚ ਜਿਹੜਾ ਹਰਿਮੰਦਰ ਸਾਹਿਬ ਜਿਹਾ ਸੀਗਾ, ਜਿਹਨੂੰ ਬਾਅਦ ਵਿੱਚ ਹੁਣ ਅਸੀਂ ਜਿਹੜਾ ਕਿ ਇੱਕ ਸਰੋਵਰ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਵਿਚਾਲੇ, ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ, ਉਹਦੀ ਸਥਾਪਨਾ ਕਰਵਾਈ। ਅਤੇ 1588 ਏਡੀ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਨੀਂਹ ਪੱਥਰ ਸੀਗਾ ਹਰਿਮੰਦਰ ਸਾਹਿਬ ਦਾ, ਉਹ ਇੱਕ ਮਸ਼ਹੂਰ ਜਿਹੜੇ ਮੁਸਲਿਮ ਸੂਫੀ ਸੰਤ ਸੀਗੇ ਲਾਹੌਰ ਦੇ, ਜਿਨ੍ਹਾਂ ਨਾਮ ਸੀ ਮੀਆਂ ਮੀਰ, ਉਹਨਾਂ ਤੋਂ ਲਿਖਵਾਈ। ਇਹ ਯਾਦ ਰੱਖਣਾ ਤੁਸੀਂ ਕਿੰਨੇ ਦੇ ਵਿੱਚ ਰਖਾਈ ਸੀ? 1588 ਯਾਨੀ ਕਿ 1588 ਦੇ ਵਿੱਚ ਉਹਨਾਂ ਨੇ ਨੀਂਹ ਪੱਥਰ ਰਖਾਇਆ ਸੀ ਲਾਹੌਰ ਦੇ ਇੱਕ ਸੂਫੀ ਸੰਤ ਜਿਹੜੇ ਸੀਗੇ, ਜਿਨ੍ਹਾਂ ਨਾਮ ਸੀ ਮੀਆਂ ਮੀਰ ਜੀ, ਉਹਨਾਂ ਤੋਂ ਰਖਾਈ। 1604 ਏਡੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸੀਗੇ ਉਹਨਾਂ ਨੂੰ ਸਟੈਬਲਿਸ਼ ਕੀਤਾ ਗਿਆ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ। ਅਤੇ ਬਾਬਾ ਬੁੱਢਾ ਜੀ ਜਿਹੜੇ ਸੀਗੇ ਅਪੋਇੰਟ ਕੀਤੇ ਗਏ ਫਸਟ ਜਿਹੜੇ ਗ੍ਰੰਥੀ ਯਾਨੀ ਕਿ ਪ੍ਰੀਸਟ, ਵੀ ਪਹਿਲੇ ਜਿਹੜੇ ਪੰਡਤ ਜਾਂ ਤੁਸੀਂ ਕਹਿ ਦਿਓ ਵੀ ਗ੍ਰੰਥੀ ਜਿਹੜੇ ਸਥਾਪਿਤ ਕੀਤੇ ਗਏ ਸੀ, ਬਾਬਾ ਬੁੱਢਾ ਜੀ ਸਥਾਪਿਤ ਕੀਤੇ ਗਏ ਸੀ 1604 ਈਸਵੀ ਦੇ ਵਿੱਚ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸੀ ਉਹਨਾਂ ਦਾ ਪਹਿਲਾ ਨਾਮ ਆਦਿ ਗ੍ਰੰਥ ਰੱਖਿਆ ਗਿਆ। ਨੈਕਸਟ ਹੈ ਸਾਡੇ ਕੋਲ ਕੰਪਲੀਸ਼ਨਸ ਆਫ ਦੀ ਆਦਿ ਗ੍ਰੰਥ। ਆਦਿ ਗ੍ਰੰਥ ਜਿਹੜਾ ਸੀਗਾ ਸਾਡਾ ਉਹਨਾਂ ਨੂੰ ਕੰਪਲੀਟ ਕਰਨਾ ਸੀਗਾ। ਅਤੇ ਇਸ ਟਾਈਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਿੱਖ ਰਿਲੀਜਨ ਦੇ ਵਿੱਚ ਜਿਹੜਾ ਸਿੱਖ ਰਿਲੀਜਨ ਸੀ ਹੁਣ ਕਾਫੀ ਅੱਗੇ ਤੱਕ ਵੱਧ ਰਿਹਾ ਸੀ, ਅਤੇ ਉਹਦੇ ਵਿੱਚ ਕਈ ਚੀਜ਼ਾਂ ਜੁੜਦੀਆਂ ਆ ਰਹੀਆਂ ਸੀ। ਤਾਂ ਜਿਹੜੇ ਸਿੱਖਾਂ ਦੇ ਗੁਰੂਆਂ ਦੀਆਂ ਜਿਹੜੀਆਂ ਜਿਨ੍ਹਾਂ ਉਹਨਾਂ ਦੇ ਜਿਹੜੇ ਵਚਨ ਸੀਗੇ ਜਾਂ ਅਨਮੋਲ ਵਚਨ ਸੀਗੇ, ਜਿਹਨੂੰ ਹੈਮਨਸ ਕਿਹਾ ਜਾਂਦਾ ਵਾ, ਉਹਨਾਂ ਨੂੰ ਕਲੈਕਟ ਕੀਤਾ। ਗੁਰੂ ਅਰਜਨ ਦੇਵ ਜੀ ਨੇ ਕੰਪੋਜ਼ ਕੀਤੇ 2218 ਯਾਨੀ ਕਿ 2218 ਸ਼ਬਦ ਜਿਹੜੇ ਸੀਗੇ ਉਹਨਾਂ ਨੇ ਇਨਕਲੂਡ ਕੀਤੇ ਵਿਦਿਨ 30 ਰਾਗਸ ਦੇ ਵਿੱਚ। 30 ਰਾਗ ਸੀਗੇ ਜਿਹੜੇ ਉਹ ਇਕੱਠੇ ਕੀਤੇ ਉਹਨਾਂ ਨੇ। ਅਤੇ ਸਮ ਪੀਪਲਸ ਜਿਹੜੇ ਸੀਗੇ ਉਹਨਾਂ ਨੇ ਟਰਾਈ ਕੀਤਾ ਇਸ ਤਰ੍ਹਾਂ ਦੇ ਉਹ ਆਪਣੇ ਜਿਹੜੇ ਵਿਚਾਰ ਨੇ ਜਾਂ ਆਪਣੇ ਜਿਹੜੇ ਗੁਰੂਆਂ ਦੀਆਂ ਬਾਣੀਆਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਅਤੇ ਗੁਰੂਆਂ ਨੂੰ ਨਾਮ ਦਿੱਤਾ ਜਾਵੇ। ਅਤੇ ਇਸ ਦੀ ਓਰੀਜਨਲ ਜਿਹੜੀ ਹੈਮਨ ਸੀਗੀ ਉਹ ਗੁਰੂਆਂ ਦੀ, ਉਹਨੂੰ ਗੁਰਬਾਣੀ ਕਿਹਾ ਗਿਆ। ਅਤੇ ਇਹ ਹੁਣ ਸਾਨੂੰ ਪ੍ਰੋਵਾਈਡ ਕਰਦੀ ਆ ਨੌਲੇਜ ਗੁਰਬਾਣੀ, ਜਿਹੜੀ ਕਿ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਬਾਰੇ ਦੱਸਦੀ ਆ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਆਦਿ ਗ੍ਰੰਥ ਨੂੰ ਜਿਹੜਾ ਸੀ ਉਹ ਕੰਪਲੀਟ ਕਰਾਇਆ। ਅਤੇ ਆਦਿ ਗ੍ਰੰਥ ਨੂੰ ਕੰਪਲੀਟ ਕਰਨ ਦੇ ਲਈ ਉਹਨਾਂ ਨੂੰ ਅਪਰੂਵਲ ਮਿਲੀ। ਕਈ ਰਿਲੀਜਨਸ ਹੋਰ ਵੀ ਜਿਹੜੇ ਸਕ੍ਰਿਪਚਰ ਸੀਗੇ ਜਿਹੜੇ ਆਦਿ ਗ੍ਰੰਥ ਦੇ ਵਿੱਚ ਲਏ ਗਏ, ਜਾਣੀ ਕਿ ਜਿਹੜੇ ਹੋਰ ਸੂਫੀ ਸੰਤ ਸੀਗੇ ਉਹਨਾਂ ਦੀਆਂ ਬਾਣੀਆਂ ਵੀ ਇਹਦੇ ਵਿੱਚ ਐਡ ਕੀਤੀਆਂ ਗਈਆਂ। ਇਸ ਦੀ ਕੰਪਲੀਸ਼ਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਜਿਹੜਾ ਬੈਂਕ ਆਫ ਅੰਮ੍ਰਿਤਸਰ ਦੀ ਜਿਹੜੀ ਇੱਕ ਨਦੀ ਸੀ ਉਹਦੇ ਕੋਲ ਬਿਠਾ ਕੇ ਉਹਨਾਂ ਨੂੰ ਇਹ ਚੀਜ਼ ਸਿਖਾਈ। ਉਹ ਸਾਊਥ ਈਸਟ ਅੰਮ੍ਰਿਤਸਰ ਦੇ ਵਿੱਚ ਪੈਂਦੀ ਆ ਹਲੇ ਵੀ। ਅਤੇ ਉਹਨਾਂ ਦੇ ਹਿਮਸੈਲਫ ਉਹਨਾਂ ਨੇ ਆਪਣੇ ਆਪ ਡੈਲੀਗੇਟ ਕੀਤਾ ਭਾਈ ਗੁਰਦਾਸ ਜੀ ਨੂੰ ਆਦਿ ਗ੍ਰੰਥ ਦੇ ਲਈ, ਵੀ ਤਾਂ ਜੋ ਕੀ ਆ ਉਹਦੇ ਵਿੱਚ ਜਿਹੜੇ ਸ਼ਬਦ ਨੇ ਅਤੇ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਐਡ ਕਰ ਸਕਣ ਜਿਹੜੇ ਗੁਰੂਆਂ ਦੇ ਸੀਗੇ। ਅਤੇ ਉਦੋਂ ਬਾਅਦ ਉਹਨਾਂ ਨੇ ਇਨਕਲੂਡ ਕੀਤੀਆਂ ਬਾਣੀਆਂ ਜਿਹੜੀ ਕਿ ਹਿੰਦੂ ਸੰਤ ਦੀਆਂ ਸੀਗੀਆਂ, ਸੂਫੀ ਸੰਤ ਦੀਆਂ ਸੀਗੀਆਂ, ਪੱਟਾ ਦੀਆਂ ਸੀਗੀਆਂ ਅਤੇ ਗੁਰਸਿੱਖ ਦੀਆਂ ਸੀਗੀਆਂ। ਸਾਰਿਆਂ ਦੀਆਂ ਜਿਹੜੀਆਂ ਮਹਾਨ ਜਿਹੜੇ ਸੂਫੀ ਸੰਤ ਜਾਂ ਜਿਹੜੇ ਪੀਰ ਪੈਗੰਬਰ ਹੋਏ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਬਾਣੀਆਂ ਸੀਗੀਆਂ ਉਹ ਵੀ ਇਸ ਦੇ ਵਿੱਚ ਇਨਕਲੂਡ ਕਰਾਈਆਂ ਗਈਆਂ। ਉਸ ਸਮੇਂ ਇਹ ਗ੍ਰੰਥ ਕੰਪਲੀਟ ਹੋ ਗਿਆ ਸੀ 1604 ਏਡੀ ਦੇ ਵਿੱਚ। ਇਹਦੀ ਕੰਪਲੀਸ਼ਨ ਸੈਰਾਮਨੀ ਦੇ ਉੱਤੇ ਪ੍ਰਕਾਸ਼ ਉਤਸਵ ਮਨਾਇਆ ਗਿਆ 1604 ਦੇ ਵਿੱਚ। ਅਤੇ ਫਸਟ ਟਾਈਮ ਸੀਗਾ ਜਦੋਂ ਹਰਿਮੰਦਰ ਸਾਹਿਬ ਜੀ ਦੇ ਵਿੱਚ ਇਹ ਰੱਖੇ ਗਏ ਅਤੇ ਬਾਬਾ ਬੁੱਢਾ ਜੀ ਜਿਹੜੇ ਸੀਗੇ ਉਹਦੇ ਫਸਟ ਗ੍ਰੰਥੀ ਅਪੋਇੰਟ ਕੀਤੇ ਗਏ ਅਤੇ ਉਹਨਾਂ ਨੇ ਇਸ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਆ ਤੁਹਾਨੂੰ ਪਿਕਚਰ ਸ਼ੋ ਹੋ ਰਹੀ ਆ ਪੁਰਾਣੇ ਹਰਿਮੰਦਰ ਸਾਹਿਬ ਜੀ ਦੀ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਕੀ ਸਥਾਪਨਾ ਕੀਤੀ ਸੀ। ਅਤੇ ਉੱਥੇ ਫਸਟ ਟਾਈਮ ਜਿਹੜੇ ਆਦਿ ਗ੍ਰੰਥ ਦੀ ਪ੍ਰਕਾਸ਼ਨ ਕੀਤਾ ਗਿਆ। ਪਿਕਚਰ ਦਿਖਾਈ ਜਾ ਰਹੀ ਆ ਵੀ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਥਾਪਨਾ ਕਰਨ ਦੇ ਲਈ। ਨੈਕਸਟ ਹੈ ਸਾਡੇ ਕੋਲ ਕੰਸਟਰਕਸ਼ਨ ਆਫ ਟੂ ਦੀ ਚਨਚੇਤਰਾ। ਇਹ ਕੀ ਸੀ? ਇਹ ਜਿਹੜੀ ਉਹਨਾਂ ਨੇ ਇੱਕ ਫੀਲਡ ਫਾਈਲ ਕੀਤੀ ਜਿਹਦੇ ਵਿੱਚ ਕੀ ਸੀਗਾ, ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀਗੀ ਬਡਾਲੀ ਦੇ ਵਿੱਚ। ਤਾਂ ਗੁਰੂ ਜੀ ਨੇ ਕੀ ਕੀਤਾ, ਉੱਥੇ ਇੱਕ ਖੂਹ ਪੱਟਿਆ ਗਿਆ ਅਤੇ ਉੱਥੇ ਇੱਕ ਵਰਕ ਕਰਾਇਆ ਗਿਆ। ਜਿਹੜੇ ਸਿੱਖ ਜਿਹੜੇ ਪਾਰਸੀਅਨ ਵੀਲ ਸੀਗੇ, ਜਾਣੀ ਕਿ 6 ਜਿਹੜੇ ਪਾਰਸੀਅਨ ਰੱਥ ਸੀਗੇ ਉਹਨਾਂ ਤੋਂ ਕਰਵਾਇਆ ਗਿਆ। ਇਸ ਪਲੇਸ ਦਾ ਨਾਮ ਜਿਹੜਾ ਰੱਖਿਆ ਗਿਆ ਉਹ ਚੱਕਰਹੇਤਾ ਰੱਖਿਆ ਗਿਆ। ਫਿਰ ਉਹਨਾਂ ਨੇ ਡਿਵੈਲਪਮੈਂਟ ਕੀਤੀ
ਮੰਸਦ ਸਿਸਟਮ ਇੱਕ ਸਿਸਟਮ ਬਣਾਇਆ ਗਿਆ, ਇਹਦਾ ਨਾਮ ਰੱਖਿਆ ਗਿਆ ਗੁਰੂ ਰਾਮਦਾਸ ਜੀ ਨੇ ਵੈਸੇ ਸਟਾਰਟ ਕੀਤਾ ਸੀਗਾ ਅਤੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਅੱਗੇ ਵਧਾਇਆ। ਮੰਸਦ ਸਿਸਟਮ ਦੇ ਵਿੱਚ ਕੀ ਸੀਗਾ, ਗੁਰੂ ਅਰਜਨ ਦੇਵ ਜੀ ਨੂੰ ਇਹ ਮੰਸਦ ਕਿਹਾ ਜਾਂਦਾ ਸੀ, ਜਿਹੜੇ ਕਲੈਕਟ ਕਰਦੇ ਹੁੰਦੇ ਸੀ ਆਫਰਿੰਗ ਆਫ ਦੀ 6 ਆਫ ਦੀ ਰੇਟ ਆਫ 1/10 ਆਫ ਦੀ ਇਨਕਮ, ਯਾਨੀ ਕਿ ਉਹ ਕੀ ਸੀ, ਜਿਹੜਾ ਦਸਵੰਧ ਕੱਢਿਆ ਜਾ ਰਿਹਾ ਸੀ। ਗੁਰੂ ਅਰਜਨ ਦੇਵ ਜਿਹੜੇ ਗੁਰੂ ਰਾਮਦਾਸ ਜੀ ਨੇ ਸਟਾਰਟ ਕਰਾਇਆ ਵੀ ਸਾਰੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੀ ਜਿੰਨੀ ਵੀ ਆਮਦਨ ਆ ਉਹਦਾ 1/10 ਹਿੱਸਾ ਉਹ ਕੀ ਆ ਗੁਰੂ ਦੀ ਜਾਂ ਲੋਕਾਂ ਦੀ ਭਲਾਈ ਦੇ ਲਈ ਦਾਨ ਕਰਨਗੇ। ਤਾਂ ਉਹ ਕਲੈਕਟ ਕਰਨ ਦੇ ਲਈ ਮੰਸਦ ਬਣਾਏ ਗਏ ਤਾਂ ਜੋ ਕੀ ਆ ਉਹ ਧਨ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਸਕਣ। ਉਹਦਾ ਨਾਮ ਕੀ ਰੱਖਿਆ ਗਿਆ ਸੀ, ਦਸਵੰਧ, ਜਿਹੜਾ ਕਿ ਮੈਂ ਹੁਣੀ ਤੁਹਾਨੂੰ ਦੱਸਿਆ ਵੀ ਉਹਨੂੰ ਕੀ ਕਿਹਾ ਜਾਂਦਾ ਸੀ, ਦਸਵੰਧ ਕਿਹਾ ਜਾਂਦਾ ਸੀ। ਗੁਰੂ ਅਰਜਨ ਦੇਵ ਜੀ ਨੇ ਇਹਦੇ ਲਈ ਰਿਸਪੋਂਸੀਬਲ ਜਿਹੜੇ ਸਿੱਖ ਸੀਗੇ ਅਤੇ ਮੰਸਦ ਉਹ ਉੱਥੇ ਅਪੋਇੰਟ ਕੀਤੇ ਤਾਂ ਜੋ ਕੀ ਆ ਉਹ ਪੈਸਿਆਂ ਨੂੰ ਇਕੱਠਾ ਕਰਕੇ ਮੰਸਦ ਨੂੰ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉੱਤੇ ਅਤੇ ਉਹਨਾਂ ਦੇ ਜਿਹੜੇ ਹੋਰ ਕੰਮ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹ ਪੈਸਾ ਉੱਥੇ ਲਗਾਇਆ ਜਾਵੇ। ਫਿਰ 5th ਪੁਆਇੰਟ ਸੀਗਾ ਕੰਸਟਰਕਸ਼ਨ ਆਫ ਦੀ ਬੌਲੀ ਇਨ ਲਾਹੌਰ। ਉਹਨਾਂ ਨੇ ਬੌਲੀ ਸਾਹਿਬ ਦਾ ਇੱਕ ਕੰਸਟਰਕਸ਼ਨ ਸਟਾਰਟ ਕੀਤੀ ਸੀ ਲਾਹੌਰ ਦੇ ਵਿੱਚ। ਉਹਨਾਂ ਨੇ ਵਿਜ਼ਿਟ ਕੀਤਾ ਲਾਹੌਰ ਦੇ ਵਿੱਚ 1599 ਈੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਉੱਥੇ ਇੱਕ ਬੌਲੀ ਸਟਾਰਟ ਕਰਾਈ, ਜਿਹਨੂੰ ਹੁਣ ਇਨ ਡਾਬੀ ਬਾਜ਼ਾਰ ਸੀਗਾ ਉੱਥੇ ਬਣਾਈ। ਇਹ ਤਾਂ ਬਣਵਾਈ ਗਈ ਤਾਂ ਜੋ ਕੀ ਆ ਉੱਥੇ ਏਰੀਏ ਦੇ ਵਿੱਚ ਜਿਹੜੀ ਪਾਣੀ ਦੀ ਕਮੀ ਸੀ ਉਹਨੂੰ ਪੂਰਾ ਕੀਤਾ ਜਾ ਸਕੇ। ਨੈਕਸਟ ਸੀਗਾ ਸਟੈਬਲਿਸ਼ਮੈਂਟ ਆਫ ਨਿਊ ਟਾਊਨ। ਗੁਰੂ ਅਰਜਨ ਦੇਵ ਜੀ ਨੇ ਕਈ ਤਰ੍ਹਾਂ ਦੇ ਨਵੇਂ ਟਾਊਨ ਵਸਾਏ, ਜਿਵੇਂ ਤਰਨਤਾਰਨ ਵਸਾਇਆ, ਕਰਤਾਰਪੁਰ ਵਸਾਇਆ ਅਤੇ ਹਰਗੋਬਿੰਦਪੁਰ ਇਹ ਵਸਾਏ। ਅਤੇ ਇਹਨਾਂ ਨੂੰ ਵਸਾਉਣ ਦਾ ਕਾਰਨ ਕੀ ਸੀ, ਗੁਰੂ ਅਰਜਨ ਦੇਵ ਜੀ ਨੇ ਇਹ ਤਾਂ ਵਸਾਏ ਤਾਂ ਜੋ ਕੀ ਆ ਉਹ ਇਸ ਟਾਊਨ ਦੇ ਰਿਲੇਟਡ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਉਹਨੂੰ ਉਹ ਦੱਸ ਸਕਣ। ਜਿਵੇਂ ਕਿ ਇਹਨਾਂ ਦਾ ਰਿਲੀਜਨ ਸੀਗਾ, ਦੇਖੋ ਜਿਹੜਾ ਤਰਨਤਾਰਨ ਸੀਗਾ ਉਹ 1590 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਤਾਂ ਜੋ ਕੀ ਆ ਉਹ ਜਿਹੜਾ ਮੰਝਾ ਦੇ ਖੇੜਾ ਇੱਕ ਪਿੰਡ ਸੀਗੇ ਜਿਹਦੀ ਪਲੇਸ ਦੇ ਵਿੱਚ 20 ਕਿਲੋਮੀਟਰ ਦਾ ਏਰੀਆ ਪੈਂਦਾ ਸੀ, ਉਸ ਚੀਜ਼ ਨੂੰ ਉਹਨਾਂ ਨੇ ਇੱਕ ਬਲੈਸਿੰਗ ਦਿੱਤੀ, ਆਪਣਾ ਇੱਕ ਆਸ਼ੀਰਵਾਦ ਦਿੱਤਾ ਅਤੇ ਉਸ ਦਾ ਨਾਮ ਰੱਖ ਦਿੱਤਾ ਗਿਆ ਬਾਅਦ ਵਿੱਚ ਤਰਨਤਾਰਨ। ਫਿਰ ਸੀਗਾ ਕਰਤਾਰਪੁਰ। ਗੁਰੂ ਅਰਜਨ ਦੇਵ ਜੀ ਨੇ ਉੱਥੇ ਇੱਕ ਨਦੀ ਬਣਵਾਈ ਅਤੇ ਉਹਦਾ ਨਾਮ ਰੱਖਿਆ ਗਿਆ ਗੰਗਸਰ ਉਹਦਾ ਨਾਮ ਰੱਖਿਆ ਗਿਆ ਅਤੇ ਉਹ ਟਾਊਨ ਦਾ ਬਾਅਦ 'ਚੋਂ ਨਾਮ ਬਦਲ ਕੇ ਕੀ ਰੱਖਿਆ ਗਿਆ, ਕਰਤਾਰਪੁਰ ਰੱਖਿਆ ਗਿਆ। ਵਸਾਇਆ ਸੀਗਾ 1593 ਈਸਵੀ ਦੇ ਵਿੱਚ, 1593 ਦੇ ਵਿੱਚ। ਫਿਰ ਨੈਕਸਟ ਹੈ ਹਰਗੋਬਿੰਦਪੁਰ ਜਿਹੜਾ ਵਸਾਇਆ ਗਿਆ ਉਹ 1595 ਦੇ ਵਿੱਚ 1595 ਦੇ ਵਿੱਚ ਵਸਾਇਆ ਗਿਆ। ਇਹਦੇ ਵਿੱਚ ਕੀ ਸੀਗਾ, ਗੁਰੂ ਹਰਗੋਬਿੰਦ ਜਿਹੜਾ ਸੀਗਾ ਇੱਕ ਵਿਲੇਜ ਸੀਗਾ, ਉਹ ਇੱਕ ਰਿਵਰ ਦੇ ਕੋਲ ਜਿਹੜਾ ਬਿਆਸ ਨਦੀ ਦੇ ਕੋਲ ਸੀਗਾ। ਗੁਰੂ ਹਰਗੋਬਿੰਦ ਸਿੰਘ ਜੀ ਦੇ ਜਨਮ ਹੋਇਆ ਸੀ ਤਾਂ ਕਰਕੇ ਉੱਥੇ ਉਹਦਾ ਨਾਮ ਚੇਂਜ ਕਰਕੇ ਇਹ ਰੱਖਿਆ ਗਿਆ। ਨੈਕਸਟ ਹੈਗਾ ਵਾ ਨੋਮੀਨੇਸ਼ਨ ਆਫ ਦੀ ਸਕਸੈਸਰ। ਵੀ ਉਹਨਾਂ ਨੇ ਕਿਹਾ ਵੀ ਜਦੋਂ ਸ਼੍ਰੀ ਅਰਜਨ ਦੇਵ ਜੀ ਨੇ ਆਪਣਾ ਨੋਮੀਨੇਟ ਜਿਹੜਾ ਸੀਗਾ ਆਪਣੇ ਸਨ ਜਿਹੜੇ ਸੀਗੇ ਗੁਰੂ ਹਰਗੋਬਿੰਦ ਸਿੰਘ ਜੀ, ਉਹਨਾਂ ਨੂੰ ਸਕਸੀਡ ਬਣਾਇਆ ਅਤੇ ਉਹ 6ਵੇਂ ਪਾਤਸ਼ਾਹੀ ਬਣੇ ਸਿੱਖਾਂ ਦੇ। ਅਤੇ ਉਹਨਾਂ ਨੇ ਜਿਵੇਂ ਗੁਰੂ ਸਾਹਿਬਾਨ ਜੀ ਜਿਹੜੇ ਸੀਗੇ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਦੇ ਹੋਏ ਅਤੇ ਉਹਨਾਂ ਨੇ ਜਿਹੜੇ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਾਈਆਂ ਲੜਦੇ ਰਹੇ। ਨੈਕਸਟ ਹੈਗਾ ਮੈਟਰੀਡਮਸ ਆਫ ਟੂ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ ਦੱਸਿਆ ਗਿਆ ਵੀ ਜਿਹੜੇ ਅਕਬਰ ਸੀਗੇ ਉਹ ਕਾਫੀ ਲਿਬਰਲ ਪਰਸਨ ਸੀਗੇ ਅਤੇ ਉਹ ਕਾਫੀ ਧਾਰਮਿਕ ਸੀਗਾ। ਉਹਦੀ ਡੈਥ ਤੋਂ ਬਾਅਦ ਜਿਹੜਾ ਉਹਦਾ ਬੇਟਾ ਸੀ, ਉਹਦਾ ਸਨ ਸੀ ਜਹਾਂਗੀਰ, ਉਹ ਕੀ ਆ ਰਾਜਾ ਬਣਿਆ ਮੁਗਲ ਅੰਪਾਇਰ ਦਾ। ਉਹ ਕੀ ਸੀ, ਕਾਫੀ ਕੱਟੜ ਸੀਗਾ, ਬਿਗਰੋਟ ਦਾ ਮਤਲਬ ਕੱਟੜ ਮੁਸਲਮਾਨ ਸੀ। ਉਹ ਇਸ ਚੀਜ਼ ਤੋਂ ਖੁਸ਼ ਨਹੀਂ ਸੀ ਵੀ ਕੀ ਆ ਜਿਹੜੇ ਸਿੱਖ ਲੋਕ ਨੇ ਉਹਨਾਂ ਦੀ ਅਤੇ ਗੁਰੂ ਅਰਜਨ ਦੇਵ ਜੀ ਦੀ ਕੀ ਆ ਪੋਪੂਲੈਰਿਟੀ ਵੱਧ ਰਹੀ ਆ, ਵੀ ਉਹਨਾਂ ਨੂੰ ਬਹੁਤ ਲੋਕ ਪ੍ਰਸਿੱਧ ਹੁੰਦੇ ਜਾ ਰਹੇ ਨੇ। ਅਤੇ ਉਹ ਇਹ ਨਹੀਂ ਚਾਹੁੰਦੇ ਸੀ ਵੀ ਉਹ ਕੀ ਆ ਕਿਸੇ ਨੂੰ ਵੀ ਇੱਕ ਓਪਰਚੁਨਿਟੀ ਦੇਣ ਵੀ ਉਹ ਕੀ ਆ ਇੱਕ ਤਰ੍ਹਾਂ ਦਾ ਵੱਡਾ ਰਾਜਾ ਬਣ ਸਕੇ। ਇੱਕ ਸਭ ਤੋਂ ਵੱਡੀ ਉਹਨਾਂ ਨੂੰ ਓਪਰਚੁਨਿਟੀ ਉਦੋਂ ਮਿਲੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਕੀ ਆ ਜਿਹੜੇ ਮੁਗਲ ਸ਼ਾਸਕ ਦਾ ਜਿਹੜਾ ਇੱਕ ਜਿਹੜਾ ਮੇਨ ਪਰਸਨ ਸੀਗਾ ਉਹਨੂੰ ਪਨਾਹ ਦਿੱਤੀ, ਤਾਂ ਕਰਕੇ ਉਹ ਕੀ ਆ ਉਹਨਾਂ ਦੇ ਖਿਲਾਫ ਹੋ ਗਿਆ ਸੀਗਾ ਅਤੇ ਉਹਨਾਂ ਨੂੰ ਇੱਕ ਚਾਂਸ ਮਿਲ ਗਿਆ ਵੀ ਉਹ ਕੀ ਆ ਉਹਨਾਂ ਦੇ ਨਾਲ ਕੀ ਆ ਇਹ ਚੀਜ਼ਾਂ ਦੇ ਬਾਰੇ ਬਹਿਸ ਕਰ ਸਕੇ। ਅੱਗੇ ਸੀਗਾ ਵੀ ਉਹਨਾਂ ਦੇ ਕਾਰਨ ਕੀ ਬਣੇ ਸੀਗੇ, ਕਿਸ ਕਾਰਨਾਂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਹਿਲਾ ਕਾਰਨ ਸੀ ਐਕਸਪੈਂਸ਼ਨ ਆਫ ਦੀ ਸਿੱਖਨਿਜ਼ਮ। ਵੀ ਸਿੱਖਨਿਜ਼ਮ ਹੁਣ ਹੌਲੀ ਹੌਲੀ ਕੀ ਆ ਵੱਧ ਰਿਹਾ ਸੀ ਗੁਰੂ ਅਰਜਨ ਦੇਵ ਜੀ ਦੇ ਦੇਖ ਰੇਖ ਦੇ ਹੇਠ। ਅਤੇ ਸ਼੍ਰੀ ਹਰਿਮੰਦਰ ਸਾਹਿਬ, ਤਰਨਤਾਰਨ, ਕਰਤਾਰਪੁਰ, ਗੋਬਿੰਦਪੁਰ ਅਤੇ ਹੋਰ ਜਿਹੜੇ ਚੀਜ਼ਾਂ ਸੀਗੀਆਂ ਜਿਹੜੇ ਕਿ ਆਦਿ ਗ੍ਰੰਥ ਜਦੋਂ ਉਹਨਾਂ ਨੇ ਸਟੈਬਲਿਸ਼ ਕੀਤਾ ਅਤੇ ਉਹਦੇ ਨਾਲ ਕੀ ਹੋਇਆ, ਸਿੱਖ ਧਰਮ ਦਾ ਬਹੁਤ ਜ਼ਿਆਦਾ ਪ੍ਰਚਾਰ ਹੋਇਆ। ਉਹਨਾਂ ਨੇ ਬੜੇ ਪੀਸਫੁਲ ਦੇ ਨਾਲ ਅਤੇ ਭਾਈਚਾਰੇ ਦੀ ਭਾਵਨਾ ਦੇ ਨਾਲ ਹੌਲੀ ਹੌਲੀ ਕੀ ਆ ਗੁਰੂਆਂ ਨੂੰ ਜਿਹੜੇ ਸੀਗੇ ਉਹਨਾਂ ਨੇ ਆਪਣੀ ਡਿਵੈਲਪਮੈਂਟ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਆਪ ਨੂੰ ਇੱਕ ਯੋਗ ਲੀਡਰ ਸਾਬਿਤ ਕੀਤਾ ਅਤੇ ਇੱਕ ਸੱਚਾ ਪ੍ਰਸ਼ਾਦ ਜਿਹੜਾ ਸੀਗਾ ਉਹ ਬਣਾਇਆ। ਡਿਊ ਟੂ ਦੀ ਜਿਹੜਾ
ਦਸਵੰਧ ਸਿਸਟਮ ਸੀਗਾ ਉਹਦੇ ਨਾਲ ਇਨਕਮ ਜਿਹੜੀ ਸੀਗੀ ਉਹ ਧਰਮਸ਼ਾਲਾ ਦੇ ਵਿੱਚ ਕੰਸੀਡਰ ਹੋਣ ਲੱਗੀ ਅਤੇ ਉਹ ਹੋਰ ਵੀ ਜ਼ਿਆਦਾ ਪੈਸੇ ਉਹਨਾਂ ਕੋਲ ਕਲੈਕਟ ਹੋਣ ਲੱਗ ਗਏ। ਜਿਹੜਾ ਜਹਾਂਗੀਰ ਸੀ ਉਹਨੂੰ ਇਹ ਲੱਗਿਆ ਵੀ ਜਿਵੇਂ ਉਹ ਕੀ ਆ ਰਾਜਨੀਤਿਕ ਤੌਰ 'ਤੇ ਇਨਸਿਕਿਓਰ ਆ, ਅਤੇ ਉਹਨਾਂ ਨੂੰ ਲੱਗਿਆ ਵੀ ਜਿਹੜੇ ਸਿੱਖ ਨੇ ਉਹ ਗੁਰੂ ਅਰਜਨ ਦੇਵ ਜੀ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੀ ਪ੍ਰਸਿੱਧੀ ਜ਼ਿਆਦਾ ਹੋ ਰਹੀ ਹੈ, ਇਹ ਸਾਡੇ ਲਈ ਖਤਰਾ ਵਾ। ਤਾਂ ਕਰਕੇ ਉਹਨੇ ਕੀ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਫਸਾਉਣ ਦਾ ਅਤੇ ਉਹਨਾਂ ਨੂੰ ਸ਼ਹੀਦ ਕਰਨ ਦਾ ਮੌਕਾ ਲੱਭਣ ਲੱਗਾ। ਨੈਕਸਟ ਸੀਗਾ ਐਨਮਿਨਿਟੀ ਆਫ ਟੂ ਦੀਆ ਪ੍ਰਿਥੀ ਚੰਦ। ਇੱਕ ਪ੍ਰਿਥੀ ਚੰਦ ਇੱਕ ਪਰਸਨ ਦਾ ਨਾਮ ਸੀ ਜਿਹੜਾ ਕਿ ਕੀ ਸੀਗਾ ਐਲਡਰ ਸਨ ਸੀਗਾ ਗੁਰੂ ਅਰਜਨ ਦੇਵ ਐਲਡਰ ਬ੍ਰਦਰ ਸੀਗਾ ਗੁਰੂ ਅਰਜਨ ਦੇਵ ਜੀ ਦਾ। ਅਤੇ ਉਹ ਕੀ ਸੀ ਕਾਫੀ ਜ਼ਿਆਦਾ ਸੈਲਫਿਸ਼ ਸੀਗਾ, ਆਪਣੇ ਬਾਰੇ ਸੋਚਣ ਵਾਲਾ ਅਤੇ ਲਾਲਚੀ ਬੰਦਾ ਸੀ। ਅਤੇ ਗੁਰੂ ਰਾਮਦਾਸ ਜੀ ਨੇ ਜਿਹੜਾ ਸੀ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਉਹਨਾਂ ਐਜ਼ ਏ ਆਪਣਾ ਸਕਸੈਸਰ, ਯਾਨੀ ਕਿ ਆਪਣਾ ਗੱਦੀ ਦੇ ਲਈ ਉਹਨਾਂ ਨੂੰ ਕਾਬਿਲ ਨਹੀਂ ਸਮਝਿਆ। ਅਤੇ ਇਸ ਕਰਕੇ ਉਹ ਕੀ ਸੀ ਆਪਣੇ ਆਪ ਨੂੰ ਸੋਚਦਾ ਸੀ ਵੀ ਉਹ ਅਸਲੀ ਵਾਰਿਸ ਸੀਗੇ ਗੁਰਗੱਦੀ ਦੇ, ਪਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਮਿਲਿਆ। ਉਹ ਫੇਲੀਅਰ ਜਿਹੜਾ ਗੁਰਗੱਦੀ ਕਰਕੇ ਉਹਨਾਂ ਨੂੰ ਨਾ ਮਿਲਣ ਕਰਕੇ ਉਹ ਕੀ ਸੀਗੇ ਦੁਸ਼ਮਣ ਦੇ ਵਿੱਚ ਕਨਵਰਟ ਹੋ ਚੁੱਕੇ ਸੀ ਗੁਰੂ ਅਰਜਨ ਦੇਵ ਜੀ ਦੇ, ਅਤੇ ਉਹ ਚਾਹੁੰਦੇ ਸੀ ਵੀ ਉਹਨਾਂ ਨੂੰ ਗੁਰਗੱਦੀ ਉਹਨਾਂ ਨੂੰ ਮਿਲ ਜਾਵੇ। ਅਤੇ ਉਹਨਾਂ ਨੇ ਇਸ ਚੀਜ਼ ਦਾ ਅਟਰੈਕਟਿੰਗ ਵੀ ਕੀਤਾ, ਉਹਨਾਂ ਨੂੰ ਪੈਸੇ ਦਿਖ ਰਹੇ ਸੀ ਵੀ ਮਨਸਦ ਪ੍ਰੀਸ਼ਦ ਦੇ ਵਿੱਚੋਂ ਕਾਫੀ ਪੈਸੇ ਆ ਰਹੇ ਨੇ, ਅਤੇ ਉਹਨਾਂ ਨੂੰ ਪੈਸੇ ਦਾ ਲਾਲਚ ਸੀ ਵੀ ਉਹ ਪੈਸੇ ਵੀ ਉਹਨਾਂ ਕੋਲ ਆ ਜਾਣਗੇ ਅਤੇ ਉਹ ਗੁਰਬਾਣੀ ਵੀ ਉਹਨਾਂ ਕੋਲ ਉਹ ਆਪਣੀ ਗੁਰਬਾਣੀ ਲਿਖ ਸਕਣਗੇ। ਇਸ ਚੀਜ਼ ਕਰਕੇ ਇਹ ਸੀਗਾ। ਅਤੇ ਉਹਨਾਂ ਨੇ ਕਈ ਤਰ੍ਹਾਂ ਦੇ ਅਟੈਂਪਟ ਕੀਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮਰਾਉਣ ਦੇ ਜਾਂ ਉਹਨਾਂ ਨੂੰ ਕੀ ਆ ਸ਼ਹੀਦ ਕਰਨ ਦੇ, ਪਰ ਉਹ ਹਰੇਕ ਵਾਰ ਫੇਲ ਰਿਹਾ। ਅਤੇ ਮੁਗਲ ਆਫੀਸਰ ਜਿਹੜੇ ਸੀਗੇ ਹੁਣ ਉਹਨਾਂ ਨਾਲ ਜੁੜ ਗਿਆ ਤਾਂ ਜੋ ਕੀ ਆ ਉਹ ਸਿੱਖ ਧਰਮ ਦੇ ਉੱਤੇ ਆਪਣਾ ਰਾਜ ਕਰਾ ਸਕੇ। ਅਤੇ ਪਰ ਫਿਰ ਵੀ ਜਿਹੜੇ ਹੋਰ ਮੁਗਲ ਅੰਪਾਇਰ ਸੀਗੇ ਉਹ ਕੀ ਸੀਗੇ ਇਹ ਰੀਜ਼ਨ ਮਿਲ ਗਿਆ ਉਹਨਾਂ ਨੂੰ ਗੁਰਗੱਦੀ ਦੇ ਅਗੇਂਸਟ ਜਾਂ ਗੁਰੂ ਜੀ ਦੇ ਅਗੇਂਸਟ ਹੋਣ ਦਾ। ਤੀਜਾ ਪੁਆਇੰਟ ਸੀ ਆਪੋਜੀਸ਼ਨ ਆਫ ਟੂ ਦੀ ਆ ਨਕਸਲਬੰਦੀ ਜਿਹੜਾ ਸੀਗਾ ਉਸ ਚੀਜ਼ ਦੇ ਵੀ ਉਹ ਵਿਰੋਧ ਕੀਤਾ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸਰਹੰਦ ਸੀਗਾ ਉਹ ਇੱਕ ਸਟਰੋਂਗ ਹੋਲਡ ਪੁਆਇੰਟ ਸੀਗਾ ਨਕਸਲਬੰਦੀ ਆਰਡਰ ਦਾ। ਇਹਦੇ ਵਿੱਚ ਇੱਕ ਲੀਡਰ ਸੀਗਾ ਸ਼ੇਖ ਅਹਿਮਦ ਸਰਹੰਦੀ, ਜਿਹੜਾ ਕਿ ਇਸ ਚੀਜ਼ ਤੋਂ ਖੁਸ਼ ਨਹੀਂ ਸੀਗਾ ਵੀ ਜਿਹੜੇ ਸਿੱਖ ਸੀਗੇ ਉਹਨਾਂ ਦੀਆਂ ਪਾਵਰਾਂ ਵੱਧਦੀਆਂ ਜਾ ਰਹੀਆਂ ਅਤੇ ਗੁਰੂ ਅਰਜਨ ਦੇਵ ਜੀ ਦੀ ਵੀ ਪੋਪੂਲੈਰਿਟੀ ਵੱਧਦੀ ਜਾ ਰਹੀ ਆ, ਤਾਂ ਇਸ ਚੀਜ਼ ਤੋਂ ਖੁਸ਼ ਨਹੀਂ ਸੀਗਾ। ਤਾਂ ਉਹ ਮੁਗਲ ਅੰਪਾਇਰ ਜਿਹੜੇ ਜਦੋਂ ਤੱਕ ਤਾਂ ਅਕਬਰ ਰਿਹਾ ਤਾਂ ਉਸ ਸਮੇਂ ਤਾਂ ਕੋਈ ਵੀ ਗਤੀਵਿਧੀ ਨਹੀਂ ਹੋਈ, ਅਤੇ ਉਹ ਜਿਹੜੇ ਨਾਨ ਮੁਸਲਿਮ ਸੀਗੇ ਉਹਨਾਂ ਨੂੰ ਉਹ ਜਮਾਂ ਹੀ ਉਹ ਪਰੇਸ਼ਾਨ ਕਰਦਾ ਰਹਿੰਦਾ ਸੀ ਜਾਂ ਉਹਨਾਂ ਨੂੰ ਕੋਈ ਵੀ ਕੰਸੈਸ਼ਨ ਨਹੀਂ ਦਿੰਦਾ ਸੀਗਾ। ਅਕਬਰ ਨੇ ਉਹਨੂੰ ਬੜੇ ਲਿਬਰਲੀ ਉਹਨੂੰ ਸਮਝਾਇਆ ਅਤੇ ਉਹਨੂੰ ਕਿਹਾ ਵੀ ਭਾਈ ਉਹ ਪੈਸੇ ਨਾ ਪੇ ਕਰੇ। ਅਤੇ ਇਸ ਦੀ ਕੰਪਲੇਂਟ ਜਿਹੜੀ ਸੀਗੀ ਬਾਅਦ ਵਿੱਚ ਉਹਨਾਂ ਨੇ ਜਿਹੜੀ ਗੁਰੂ ਅਰਜਨ ਦੇਵ ਜੀ ਸੀ ਉਹਨਾਂ ਨੇ ਕੀਤੀ, ਤਾਂ ਫਿਰ ਉਹ ਜਿਹੜਾ ਪਰਸਨ ਸੀਗਾ ਸਰਹੰਦੀ ਉਹ ਕੀ ਸੀਗਾ ਉਹ ਗੁਰੂ ਜੀ ਦੇ ਖਿਲਾਫ ਹੋ ਗਿਆ। ਅਤੇ ਜਦੋਂ ਮੁਗਲ ਅੰਪਾਇਰ ਜਦੋਂ ਜਹਾਂਗੀਰ ਬਣਿਆ ਤਾਂ ਉਹਨੇ ਗੁਰੂ ਜੀ ਦੇ ਖਿਲਾਫ ਕਈ ਸਾਜ਼ਿਸ਼ਾਂ ਰਚੀਆਂ। ਚੌਥਾ ਸੀਗਾ ਫਿਰ ਆਪੋਜੀਸ਼ਨ ਆਫ ਚੂਦੀਆ ਚੰਦੂ ਸ਼ਾਹ। ਜਿਹੜੇ ਚੰਦੂ ਸ਼ਾਹ ਸੀਗੇ ਉਹ ਵੀ ਉਹਦੇ ਉਲਟ ਹੋ ਗਏ ਸੀ। ਚੰਦੂ ਸ਼ਾਹ ਜਿਹੜੇ ਸੀਗੇ ਇੱਕ ਇੰਪੋਰਟੈਂਟ ਆਫੀਸਰ ਸੀਗਾ ਲਾਹੌਰ ਪ੍ਰੋਵਿੰਸਿਸ ਦਾ, ਲਾਹੌਰ ਜਿਹੜਾ ਰਿਆਸਤ ਦਾ ਸੀਗਾ। ਉਹਦੀ ਜਿਹੜੀ ਡਾਟਰ ਸੀਗੀ ਉਹਦੀ ਮੈਰਿਜ ਫਿਕਸ ਹੋਈ ਸੀ ਗੁਰੂ ਜੀ ਦੇ ਸਨ ਦੇ ਨਾਲ ਗੁਰੂ ਹਰਗੋਬਿੰਦ ਸਿੰਘ ਜੀ ਦੀ, ਬਟ ਡਿਊ ਟੂ ਚੰਦੂ ਸ਼ਾਹ ਦੀ ਈਗੋ ਦੇ ਕਰਕੇ ਜਿਹੜਾ ਗੁਰੂ ਜੀ ਸੀਗੇ ਉਹਨਾਂ ਨੇ ਉਹਨਾਂ ਦੀ ਮੈਰਿਜ ਜਿਹੜੀ ਸੀਗੀ ਉਹਨਾਂ ਦੀ ਡਾਟਰ ਦੀ ਮੈਰਿਜ ਉਹ ਰਿਜੈਕਟ ਕਰ ਦਿੱਤੀ ਸੀ ਆਪਣੇ ਸਨ ਦੇ ਨਾਲ ਹਰਗੋਬਿੰਦ ਸਿੰਘ ਜੀ ਨਾਲ, ਅਤੇ ਉਹਨਾਂ ਨੇ ਰਿਕੁਐਸਟ ਸਿੱਖਾਂ ਨੂੰ ਕੀਤੀ। ਤਾਂ ਇਸ ਕਰਕੇ ਜਿਹੜਾ ਮੁਗਲ ਅੰਪਾਇਰ ਸੀ ਉਹ ਵੀ ਉਹਨਾਂ ਤੋਂ ਕਾਫੀ ਗੁੱਸੇ ਸੀ। ਨੈਕਸਟ ਸੀਗਾ ਰਿਲੀਜੀਅਸ ਇੰਟੋਲਰੈਂਸ ਆਫ ਦੀ ਜਹਾਂਗੀਰ। ਜਿਹੜਾ ਜਹਾਂਗੀਰ ਸੀਗਾ ਉਹ ਧਰਮ ਦੇ ਪੱਖੋਂ ਕਿਸੇ ਸਾਰਿਆਂ ਨਾਲ ਕੱਟੜ ਸੀਗਾ ਅਤੇ ਉਹ ਕਿਸੇ ਵੀ ਹੋਰ ਧਰਮ ਨੂੰ ਜ਼ਿਆਦਾ ਅਲਾਓ ਨਹੀਂ ਕਰਦਾ ਸੀਗਾ। ਅਤੇ ਜਹਾਂਗੀਰ ਜਿਹੜਾ ਸੀਗਾ ਉਹ ਮੁਸਲਿਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ। ਇਸ ਕੰਸਰਨ ਕਰਕੇ ਉਹਨੂੰ ਇਹ ਲੱਗ ਰਿਹਾ ਸੀ ਵੀ ਜਿਹੜੇ ਗੁਰੂ ਜੀ ਨੇ ਉਹਨਾਂ ਨੂੰ ਫੋਲੋਅਰ ਜ਼ਿਆਦਾ ਵੱਧ ਰਹੇ ਨੇ ਅਤੇ ਉਹਨਾਂ ਦੀ ਪ੍ਰਸਿੱਧੀ ਵੱਧ ਰਹੀ ਆ, ਕਿਤੇ ਉਹ ਨਵਾਂ ਅੰਪਾਇਰ ਨਾ ਖੜ੍ਹਾ ਕਰ ਦੇਣ। ਤਾਂ ਇਸ ਦੇ ਡਰ ਦੇ ਕਰਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਇਸ ਡਰ ਕਰਕੇ ਉਹਨਾਂ ਨੂੰ ਸਿੱਖਨਿਜ਼ਮ ਨੂੰ ਚਾਹੁੰਦਾ ਸੀ ਵੀ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਜਾਂ ਉਹਨਾਂ ਦੀ ਪ੍ਰਸਿੱਧੀ ਉਹਨੂੰ ਰੋਕਿਆ ਜਾਵੇ ਅਤੇ ਉਹਨਾਂ ਨੂੰ ਦਬਾਇਆ ਜਾਵੇ। ਛੇਵਾਂ ਸੀਗਾ ਇਮੀਡੀਏਟਲੀ ਕਾਜ਼, ਵੀ ਅਚਾਨਕ ਹੀ ਜਿਹੜੇ ਸੀਗੇ ਅਚਨਚੇਤ ਜਿਹੜੇ ਨਾਲ ਦੀ ਨਾਲ ਹੀ ਉਹਨਾਂ ਨੇ ਕਈ ਹੋਰ ਵੀ ਕਾਰਨ ਨਿਕਲ ਕੇ ਆਏ, ਜਿਵੇਂ ਪ੍ਰਿੰਸ ਖੁਸਰੋ ਸੀਗਾ ਜਿਹੜਾ ਕਿ ਰਿਵੇਲਡ ਸੀਗਾ ਆਪਣੇ ਫਾਦਰ ਦਾ, ਜਿਹੜਾ ਕਿ ਉਹਦਾ ਫਾਦਰ ਕਿਹੜਾ ਸੀ ਜਹਾਂਗੀਰ ਦੇ ਆਪਣੇ ਫਾਦਰ ਦੇ ਖਿਲਾਫ ਸੀਗਾ, ਅਤੇ ਉਹ ਗੁਰੂ ਜੀ ਕੋਲ ਆਇਆ ਉਹਨਾਂ ਦੀ ਬਲੈਸਿੰਗ ਲੈਣ ਦੇ ਲਈ। ਅਤੇ ਗੁਰੂ ਅਰਜਨ ਦੇਵ ਜੀ ਨੇ ਪ੍ਰਿੰਸ ਜਿਹੜਾ ਖੁਸਰੋ ਸੀਗਾ ਉਹਨੂੰ ਐਨੀ ਵਿਜ਼ਟਰ ਦੇ ਨਾਲ ਹਾਇਰ ਪੋਜੀਸ਼ਨ ਦੇ ਕੇ ਉਹਨੂੰ ਆਪਣੇ ਕੋਲ ਰੱਖ ਲਿਆ, ਅਤੇ ਉਹਨਾਂ ਨੇ ਪ੍ਰਿੰਸ ਖੁਸਰੋ ਨੂੰ ਉੱਥੇ ਰੱਖਿਆ ਅਤੇ ਉਹਨੂੰ ਆਫਰ ਕੀਤੀ ਲੰਗਰ ਦੀ। ਅਤੇ ਇਸ ਓਪੀਡੈਂਟ ਕਰਕੇ ਵੀ ਜਿਹੜਾ ਜਹਾਂਗੀਰ ਸੀ ਉਹ ਕਾਫੀ ਗੁੱਸੇ ਹੋਇਆ ਅਤੇ ਉਹਨੇ ਗੁਰੂ ਜੀ ਨੂੰ ਕਿਹਾ ਵੀ ਉਹ ਉਹਨਾਂ ਨੂੰ ਖੁਸਰੋ ਨੂੰ ਇੱਕ ਪਨਾਹ ਨਾ ਦੇਵੇ ਅਤੇ ਉਹਨਾਂ ਦੀ ਹੈਲਪ ਕਰੇ ਵੀ ਉਹ ਕੀ ਆ ਵੀ ਉਹਨੂੰ ਰੋਕਣ ਦੇ ਵਿੱਚ। ਪਰ ਖੁਸਰੋ ਦੇ ਉਸ ਆਰਡਰ ਫਿਰ ਉਹਨਾਂ ਨੇ ਜਿਹੜਾ ਗੁਰੂ ਜੀ ਸੀਗੇ ਉਹਨਾਂ ਨੇ ਇਹ ਚੀਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਤਾਂ ਕਰਕੇ ਜਿਹੜਾ ਜਹਾਂਗੀਰ ਸੀਗਾ ਉਹਨੇ ਕੀ ਕੀਤਾ ਗੁਰੂ ਜੀ ਨੂੰ ਖੁਸਰੋ ਦੀ ਹੈਲਪ ਦੇ ਨਾਲ ਅਰੈਸਟ ਕਰਵਾ ਲਿਆ। ਨੈਕਸਟ ਸੀਗਾ ਅਮਿੰਡਰਮ ਆਫ ਦੀ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਐਸ ਪਰ ਜਿਹੜਾ ਆਰਡਰ ਸੀ ਮੁਗਲ ਅੰਪਾਇਰ ਜਹਾਂਗੀਰ ਨੇ ਦੇ ਦਿੱਤਾ ਵੀ ਗੁਰੂ ਜੀ ਨੂੰ ਜਿਹੜੇ ਬੰਦੀ ਬਣਾਇਆ ਗਿਆ ਸੀਗਾ
24 ਅਪ੍ਰੈਲ 1606 ਈੜੀ ਦੇ ਵਿੱਚ ਤੇ ਉਹਨਾਂ ਨੂੰ ਲਾਹੌਰ ਦੇ ਵਿੱਚ ਲੈ ਕੇ ਆਇਆ ਗਿਆ ਤੇ ਫਿਰ ਉਹਨਾਂ ਨੂੰ ਸ਼ਹੀਦ ਕਰਨ ਦੇ ਜਿਹੜਾ ਸੀਗਾ ਹੁਕਮ ਸੁਣਾ ਦਿੱਤਾ ਗਿਆ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਨੇ ਕੀ ਆ ਗੁਰਬਾਣੀ ਨੂੰ ਜਿਹੜਾ ਕੰਪਲੀਟ ਕਰਵਾਇਆ, ਜਿਹਦੇ ਵਿੱਚ ਉਹਨਾਂ ਨੇ 430 ਜਿਹੜੇ ਪੰਨੇ ਸੀਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਦੇ ਵਿੱਚ ਪੂਰੀਆਂ ਕੀਤੀਆਂ। 6 ਗੁਰੂਸ ਤੇ 15 ਸੰਤ ਤੇ 5 ਭੱਟਾਂ ਤੇ ਸਿੱਖਾਂ ਦੀਆਂ ਜਿਹੜੀਆਂ ਸਾਰੀਆਂ ਉਹਨਾਂ ਦੇ ਸ਼ਲੋਕ ਸੀਗੇ ਉਹਨਾਂ ਨੂੰ ਇਹਦੇ ਵਿੱਚ ਰਚਾਇਆ। ਨੈਕਸਟ ਸੀਗਾ ਵੀ ਉਹਨਾਂ ਨੂੰ ਜਦੋਂ ਕਰਾਇਆ ਗਿਆ ਅਤੇ ਉਹਨਾਂ ਨੂੰ ਹੈਂਗ ਆਊਟ ਕੀਤਾ ਗਿਆ, ਯਾਨੀ ਕਿ ਉਹਨਾਂ ਨੂੰ ਫਾਂਸੀ ਅਤੇ ਉਹਨਾਂ ਨੂੰ ਤਸੀਹੇ ਦੇ ਦਿੱਤੇ ਗਏ। ਅਤੇ ਜਿਹੜਾ ਸੀਗਾ ਮੁਜਰਦਾ ਖਾਨ ਜਿਹੜਾ ਸੀਗਾ ਉਹਨੇ ਉਹਨਾਂ ਨੂੰ ਦਿੱਤੇ। ਗੁਰੂ ਅਰਜਨ ਦੇਵ ਜੀ ਦੀ ਜਿਹੜੀ ਪ੍ਰੋਪਰਟੀ ਸੀਗੀ ਉਹਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਉੱਤੇ ਜਮ੍ਹਾਂ ਹੀ ਮਰਸੀ ਨਹੀਂ ਕੀਤੀ ਗਈ, ਯਾਨੀ ਕਿ ਉਹਨਾਂ ਜਮ੍ਹਾਂ ਵੀ ਦਇਆ ਭਾਵਨਾ ਨਹੀਂ ਦਿਖਾਈ ਗਈ ਅਤੇ ਉਹਨਾਂ ਨੂੰ ਬਹੁਤ ਟੌਰਚਰ ਕੀਤਾ ਗਿਆ। ਅਤੇ 30 ਮਈ 1606 ਈੜੀ ਦੇ ਵਿੱਚ ਉਹਨਾਂ ਨੂੰ ਕੀ ਆ ਸ਼ਹੀਦੀ ਦੇ ਦਿੱਤੀ ਗਈ। ਅਕੋਰਡਿੰਗ ਟੂ ਟਰਡੀਸ਼ਨ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਉਹ ਸ਼ਹੀਦਨ ਦਾ ਸਰਤਾਜ ਵੀ ਉਹਨਾਂ ਨੂੰ ਕਿਹਾ ਗਿਆ, ਸੁਪਰੀਮ ਆਫ ਟੂ ਦੀਆਂ ਮੈਟਰਮਸ, ਉਹ ਵੀ ਉਹਨਾਂ ਨੂੰ ਇੱਕ ਖਿਤਾਬ ਦਿੱਤਾ ਗਿਆ। ਨੈਕਸਟ ਹੈਗਾ ਵਾ ਇੰਪੈਕਟਸ ਆਫ ਟੂ ਦੀ ਮੈਟਰੀਨਮ ਆਫ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਦੇ ਨਾਲ ਕਿਸ ਤਰ੍ਹਾਂ ਦੇ ਪ੍ਰਭਾਵ ਪਏ। ਦੇਖੋ ਫਸਟ ਹੈਗਾ ਅਡੋਪਸ਼ਨ ਆਫ ਟੂ ਦੀ ਨਿਊ ਪਾਲਿਸੀ ਆਫ ਦੀ 6th ਗੁਰੂ, ਜਿਹੜੇ 6ਵੇਂ ਗੁਰੂ ਪਾਤਸ਼ਾਹੀ ਸੀਗੇ ਉਹਨਾਂ ਨੇ ਫਿਰ ਇਹਨੇ ਇੱਕ ਨਵੀਂ ਪਾਲਿਸੀ ਬਣਾਈ ਅਤੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ। 6ਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਜਿਹੜੇ 5ਵੇਂ ਪਾਤਸ਼ਾਹੀ ਸੀਗੇ, ਜਦੋਂ ਉਹਨਾਂ ਨੇ ਸਿੱਖਾਂ ਦੇ ਲਈ ਆਪਣਾ ਜਿਹੜਾ ਬਲੀਦਾਨ ਦਿੱਤਾ ਤਾਂ ਉਹਦੇ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕਾਫੀ ਆਪਣੇ ਰਿਲੀਜਨ ਧਰਮ ਦੇ ਵਿੱਚ ਚੇਂਜ ਕਰਨਾ ਚਾਹਿਆ। ਉਹਨਾਂ ਨੇ 2 ਜਿਹੜੀਆਂ ਸਵਾਨ ਸੀਗੀਆਂ ਜਾਂ ਤਲਵਾਰਾਂ ਸੀਗੀਆਂ ਉਹ ਲਈਆਂ, ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਮੀਰੀ ਅਤੇ ਪੀਰੀ ਦੀ ਤਲਵਾਰ। ਜਿਹੜੀ ਫਸਟ ਸੀਗੀ ਉਹ ਸਿੰਬਲ ਸੀਗੀ ਟੈਂਪਰੇਰੀ ਪਾਵਰ ਅਤੇ ਅਦਰ ਇਜ਼ ਅ ਸਪਿਰਚੁਅਲ ਪਾਵਰ। ਉਹ ਇੱਕ ਜਿਹੜੀ ਸੀਗੀ ਉਹਨਾਂ ਦੀ ਜਿਹੜੀ ਆਪਣੀ ਸੈਨਿਕ ਪਾਵਰ ਦਿਖਾਉਂਦੀ ਸੀ ਅਤੇ ਦੂਜੀ ਉਹਨਾਂ ਦੀ ਧਾਰਮਿਕ ਪਾਵਰਾਂ ਨੂੰ ਦਿਖਾਉਂਦੀ ਸੀ। 1606 ਈਸਵੀ ਵਿੱਚ ਜਦੋਂ ਅਕਾਲ ਤਖਤ ਸਾਹਿਬ ਜਿਹੜਾ ਸੀਗਾ ਕੰਸਟਰਕਟ ਕਰਵਾਇਆ ਗਿਆ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਅਤੇ ਹੁਣ ਉਹ ਸਿੱਖਾਂ ਦਾ ਕੀ ਆ ਇੱਕ ਵੈਪਨ ਇੱਕ ਤਿਆਰ ਕੀਤਾ ਗਿਆ ਤਾਂ ਜੋ ਕੀ ਆ ਵੀ ਉਹ ਇਹ ਚੀਜ਼ ਦਿਖਾ ਸਕਣ ਵੀ ਸਿੱਖ ਕੀ ਨੇ, ਡਰਦੇ ਨਹੀਂ ਕਿਸੇ ਤੋਂ ਅਤੇ ਆਪਣੇ ਹੱਕ ਦੇ ਲਈ ਉਹ ਹਮੇਸ਼ਾ ਲੜਨਗੇ। ਅਤੇ ਉਹਨਾਂ ਨੂੰ ਆਫਰ ਕੀਤੇ ਗਏ, ਉਹਨਾਂ ਨੇ ਲੋਕਾਂ ਜਿਹੜੇ ਉਹਨਾਂ ਕੋਲ ਵਿਜ਼ਿਟ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਕਿਹਾ ਵੀ ਉਹ ਸਾਨੂੰ ਘੋੜੇ 'ਤੇ ਵੈਪਨ ਦੇਣ ਗੁਰੂ ਜੀ ਨੇ। ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸੰਤ ਦੇ ਨਾਲ ਇੱਕ ਸਿਪਾਹੀ ਵੀ ਬਣਾਇਆ। ਨੈਕਸਟ ਹੈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜੀ ਤਲਵਾਰ ਲਈ ਸੀ 2 ਤਲਵਾਰਾਂ ਅਡੋਪਟ ਕੀਤੀਆਂ, ਉਹਨੂੰ ਮੀਰੀ ਪੀਰੀ ਕਿਹਾ ਗਿਆ। ਪੀਰੀ ਦਾ ਮਤਲਬ ਟੈਂਪੋਰੀਅਲ ਅਤੇ ਪੀਰੀ ਦਾ ਮਤਲਬ ਹੁੰਦਾ ਸਪਿਰਚੁਅਲ, ਯਾਨੀ ਕਿ ਧਾਰਮਿਕ ਤਲਵਾਰ। ਨੈਕਸਟ ਸੀਗਾ ਥਰਡ ਸਟਰਗਲ ਬਿਟਵੀਨ ਟੂ ਦੀ ਸਿੱਖ ਐਂਡ ਮੁਗਲ ਰਿਲੇਸ਼ਨ, ਵੀ ਹੁਣ ਕੀ ਸੀਗਾ ਸੰਘਰਸ਼ ਸ਼ੁਰੂ ਹੋ ਚੁੱਕਿਆ ਸੀਗਾ ਸਿੱਖਾਂ ਅਤੇ ਮੁਗਲਾਂ ਦੇ ਵਿੱਚ। ਅਤੇ ਇਸ ਸਮੇਂ ਜਿਹੜੇ ਅਕਬਰ ਸੀਗੇ ਅਤੇ ਹੋਰ ਸਿੱਖ ਜਿਹੜੇ ਕੋਰਡੀਅਲ ਰਿਲੇਸ਼ਨ ਸੀਗਾ ਉਹਨਾਂ ਨਾਲ ਵਧੀਆ ਰਿਲੇਸ਼ਨਸ਼ਿਪ ਸੀਗਾ ਮੁਗਲਾਂ ਦੇ ਨਾਲ। ਉਹਨਾਂ ਨੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਇਹਦੇ ਨਾਲ ਸਿੱਖ ਅਤੇ ਮੁਗਲਾਂ ਰਿਲੇਸ਼ਨਸ਼ਿਪ ਦੇ ਵਿੱਚ ਕਾਫੀ ਵਿਗਾੜ ਪੈਦਾ ਹੋਇਆ ਅਤੇ ਉਹ ਹੁਣ ਇੱਕ ਦੂਸਰੇ ਦੇ ਦੁਸ਼ਮਣ ਬਣ ਚੁੱਕੇ ਸੀ ਅਤੇ ਉਹਨਾਂ ਦੀ ਬਿਗਨਿੰਗ ਹੋ ਚੁੱਕੀ ਸੀ ਹੁਣ ਸੰਘਰਸ਼ ਦੀ ਸਿੱਖਾਂ ਅਤੇ ਮੁਗਲਾਂ ਦੀ। ਨੈਕਸਟ ਥਰਡ ਪੁਆਇੰਟ ਹੈਗਾ ਵਾ ਐਟਰੋਸਟੇਟਸ ਆਫ ਦੀ ਮੁਗਲਸ ਔਨ ਦੀ ਸਿੱਖ, ਵੀ ਜਿਹੜੇ ਮੁਗਲਾਂ ਦਾ ਸੀਗਾ ਹੁਣ ਸਿੱਖਾਂ ਦੇ ਉੱਤੇ ਕਾਫੀ ਅਤਿਆਚਾਰ ਚੱਲ ਚੁੱਕਿਆ ਸੀਗਾ। ਆਫਟਰ ਜਿਹੜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਮਿਲਟਰਾਈਜ਼ਡ ਯਾਨੀ ਕਿ ਸੈਨਿਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ। ਹੁਣ ਉਹਨਾਂ ਨੇ ਬਿਗਨ ਕਰ ਦਿੱਤਾ, ਉਹ ਪੋਲੀਟੀਕਲਸ ਵੀ ਹੋ ਚੁੱਕੇ ਸੀ, ਯਾਨੀ ਕਿ ਰਾਜਨੀਤਿਕ ਦੇ ਵਿੱਚ ਵੀ ਸਿੱਖ ਉਤਰ ਚੁੱਕੇ ਸੀ। ਅਤੇ 1609 ਈੜੀ ਦੇ ਵਿੱਚ ਜਹਾਂਗੀਰ ਨੂੰ ਜਿਹੜਾ ਅਰੈਸਟ ਕਰ ਲਿਆ ਸੀਗਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ, ਤਾਂ ਇਹ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਉਹਨਾਂ ਨੂੰ ਇੱਕ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰੱਖਿਆ ਗਿਆ। ਅਤੇ ਇਸ ਸਮੇਂ ਜਿਹੜੇ ਰਿਜ਼ਾਈਨ ਦੇ ਚੁੱਕੇ ਸੀ ਸ਼ਾਹਜਹਾਨ, ਅਤੇ ਉਹ ਨੰਬਰ ਆਫ ਜਿਹੜੇ ਕ੍ਰਸ਼ਿਸ ਸੀਗੇ ਬਿਟਵੀਨ ਇੰਡੀਆ ਅਤੇ ਸਿੱਖ ਐਂਡ ਮੁਗਲਾਂ ਦੇ ਉਹ ਸਟਾਰਟ ਹੋ ਚੁੱਕੇ ਸੀ। 1675 ਦੇ ਵਿੱਚ ਜਿਹੜੇ ਮੁਗਲ ਅੰਪਾਇਰ ਔਰੰਗਜ਼ੇਬ ਸੀਗਾ ਉਹਨੇ ਕੀ ਆ ਜਿਹੜੇ ਸਿੱਖਾਂ ਦੇ 9ਵੇਂ ਗੁਰੂ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਦਿੱਲੀ ਦੇ ਸਥਾਨ ਦੇ ਚਾਂਦਨੀ ਚੌਕ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਸ਼ਹੀਦ ਕੀਤਾ। ਅਤੇ ਹੁਣ ਸਿੱਖ ਅਤੇ ਮੁਗਲਾਂ ਦੇ ਵਿੱਚ ਜਿਹੜਾ ਸੰਘਰਸ਼ ਸੀਗਾ ਉਹ ਸ਼ੁਰੂ ਹੋ ਚੁੱਕਿਆ ਸੀ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਬੰਦਾ ਬਹਾਦਰ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਉਹ ਇਸ ਸੰਘਰਸ਼ ਨੂੰ ਅੱਗੇ ਨਾਲ ਦੀ ਨਾਲ ਲੈ ਕੇ ਜਾਂਦੇ ਰਹੇ। ਡਿਵੈਲਪਮੈਂਟ ਆਫ ਦੀ ਸੈਂਸ ਆਫ ਯੂਨਿਟੀ ਆਫ ਦੀ ਸਿੱਖ, ਹੁਣ ਜਿਹੜੇ ਸਿੱਖ ਸੀਗੇ ਉਹ ਇੱਕ ਦੂਸਰੇ ਨਾਲ ਜੁੜ ਚੁੱਕੇ ਸੀ, ਇੱਕ ਦੂਸਰੇ ਨਾਲ ਇਕੱਠੇ ਰਹਿਣ ਲੱਗ ਗਏ ਸੀ। ਤਾਂ ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੀਆਂ ਸਿਖਾਈਆਂ ਹੋਈਆਂ ਸੀਗੀਆਂ ਕਹਾਵਤਾਂ ਜਾਂ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਸਿਖਾਈਆਂ ਹੋਈਆਂ ਸੀ ਤਾਂ ਇਸ ਤਰੀਕੇ ਨਾਲ ਕੀ ਹੋਇਆ ਉਹ ਦੋਹੀ ਜਣੇ ਇਸ ਤਰੀਕੇ ਨਾਲ ਜੁੜ ਗਏ ਜਿਵੇਂ ਤੁੱਥ ਐਂਡ ਨੇਲ, ਵੀ ਜਿਵੇਂ ਨੌਹਾਂ ਨਾਲ ਮਾਸ ਜੁੜਿਆ ਹੁੰਦਾ ਉਵੇਂ ਜੁੜ ਚੁੱਕੇ ਸੀ। ਹੁਣ ਉਹਨਾਂ ਦਾ ਉਹਨਾਂ ਦੀ ਹੁਣ ਜਿਹੜਾ ਪੂਰਾ ਵਿਸ਼ਵਾਸ ਹੋ ਚੁੱਕਿਆ ਸੀ ਸਿੱਖ ਧਰਮ ਦੇ ਉੱਤੇ।
ਤਾਂ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਰਿਸੋਰਸਿਸ ਸੀਗਾ ਜਿਨ੍ਹਾਂ ਨੇ ਸਿੱਖਾਂ ਨੂੰ ਹੋਰ ਵੀ ਜ਼ਿਆਦਾ ਇੰਸਪਾਇਰ ਕੀਤਾ ਅਤੇ ਉਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੀ ਆ ਉਹ ਸਿੱਖ ਧਰਮ ਦੇ ਉੱਤੇ ਹੋਰ ਵੀ ਵਿਸ਼ਵਾਸ ਰੱਖ ਸਕਣ। ਗੁਰੂ ਅਰਜਨ ਦੇਵ ਜੀ ਨੇ ਨਵੀਆਂ ਜਿਹੜੀਆਂ ਸੇਧਾਂ ਦਿੱਤੀਆਂ ਸਿੱਖ ਧਰਮ ਨੂੰ, ਅਤੇ ਉਹਨਾਂ ਨੇ ਇਹ ਕੀ ਸੀਗਾ, ਉਹਨਾਂ ਨੇ ਇਹ ਦਿਖਾਇਆ ਵੀ ਇਨਸਾਨੀਅਤ ਕੀ ਹੁੰਦੀ ਆ, ਬਹਾਦਰੀ ਅਤੇ ਬਿਨਾਂ ਡਰ ਤੋਂ ਅਤੇ ਹਮੇਸ਼ਾ ਦਲੇਰ ਬਣ ਕੇ ਰਹਿਣਾ, ਅਤੇ ਗ੍ਰੇਟ ਸੈਂਸ ਹੋਰ ਵੀ ਦਿੱਤੀਆਂ, ਅਤੇ ਸੈਲਫ ਸੈਕਰੀਫਾਈਸ ਆਪਣੇ ਆਪ ਨੂੰ ਤਿਆਗ ਦੇਣਾ ਸਿਰਫ ਲੋਕਾਂ ਦੀ ਭਲਾਈ ਦੇ ਲਈ। ਇਹ ਚੀਜ਼ਾਂ ਸਾਨੂੰ ਸਿਖਾਈਆਂ। ਇਸ ਰਿਜ਼ਲਟ ਦੇ ਨਾਲ ਕੀ ਹੋਇਆ ਵੀ ਇਹ ਜਿਹੜਾ ਸਿੱਖਨਿਜ਼ਮ ਸੀਗਾ ਜਾਂ ਸਿੱਖ ਧਰਮ ਸੀਗਾ ਇਹ ਹੋਰ ਵੀ ਜ਼ਿਆਦਾ ਵੱਧ ਫੁੱਲ ਕੇ ਸਾਰਿਆਂ ਦੇ ਸਾਹਮਣੇ ਆਇਆ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀਆਂ ਜਿਹੜੇ ਉਪਰਾਲੇ ਕੀਤੇ ਹੋਏ ਉਸ ਸਮੇਂ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਇੰਪਰੂਵਮੈਂਟ ਕਰਾਈ ਅਤੇ ਸਿੱਖਨਿਜ਼ਮ ਨੂੰ ਹੋਰ ਵੀ ਜ਼ਿਆਦਾ ਵਧਾਇਆ। ਅਸੀਂ ਨੈਕਸਟ ਸੈਸ਼ਨ ਦੇ ਵਿੱਚ ਇਹਦੇ ਅਗਲੇ ਜਿਹੜਾ ਟੌਪਿਕ ਉਹਦੇ ਬਾਰੇ ਡਿਸਕਸ ਕਰਾਂਗੇ ਅਤੇ ਮੈਂ ਤੁਹਾਨੂੰ ਹੋਰ ਵੀ ਕਲੈਰੀਫਾਈ ਕਰ ਸਕਾਂਗਾ ਅਤੇ ਸਾਨੂੰ ਪਤਾ ਲੱਗੂਗਾ ਵੀ ਸਿੱਖ ਇਤਿਹਾਸ ਕਿੰਨਾ ਜ਼ਿਆਦਾ ਮਹਾਨ ਸੀ, ਉਹ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਆਈ ਹੋਪ ਜੋ ਤੁਹਾਨੂੰ ਸੈਸ਼ਨ ਇਹ ਵਧੀਆ ਲੱਗਿਆ ਤਾਂ ਪਲੀਜ਼ ਇਸ ਸੈਸ਼ਨ ਨੂੰ ਜ਼ਰੂਰ ਲਾਈਕ ਕਰੋ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਸਟ ਟੂ ਇਟ ਫॉर ਆਰ ਬ੍ਰਾਈਟ ਫਿਊਚਰ, ਅਤੇ ਮੇਰੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।